ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਮੋਰਚਾ 26 ਨਵੰਬਰ ਤੋਂ ਲਗਾਤਾਰ ਦਿੱਲੀ ਦੇ ਵੱਖ-ਵੱਖ ਬਾਰਡਰਾਂ ਦੇ ਉੱਤੇ ਚੱਲ ਰਿਹਾ ਹੈ ਤੇ ਹੁਣ ਇੱਕ ਤੁਹਾਡੇ ਨਾਲ ਵਿਚਾਰ ਇੱਥੇ ਮੈਂ ਸਾਂਝਾ ਕਰਨਾ ਹੈ। ਉਹ ਇਹ ਹੈ ਕਿ ਕਿਸਾਨ ਮੋਰਚੇ ਵੱਲੋਂ ਰਾਜਨੀਤਿਕ ਆਗੂਆਂ ਤੇ ਪਾਰਟੀਆਂ ਦੀ ਹਮਾਇਤ ਲੈਣੀ ਜ਼ਰੂਰੀ ਹੈ, ਕਿਉਂਕਿ ਇਹ ਜਿਹੜੇ ਰਾਜਨੀਤਿਕ ਲੋਕ ਹਨ ਇਹ ਸਾਡੀਆਂ ਹੀ ਵੋਟਾਂ ਦੇ ਨਾਲ ਇਹ ਸੱਤਾ ਦੇ ਵਿੱਚ ਆਉਂਦੇ ਨੇ। ਜਿੱਥੋਂ ਤੱਕ ਸੰਯੁਕਤ ਮੋਰਚੇ ਦਾ ਸਵਾਲ ਹੈ, ਇਸ ਸਟੇਜ ਦੇ ਉੱਤੇ ਇਹ ਗੱਲ ਕਹੀ ਗਈ ਕਿ ਇੱਥੇ ਕਿਸੇ ਵੀ ਰਾਜਨੀਤਿਕ ਬੰਦੇ ਨੂੰ ਬੋਲਣ ਨਹੀਂ ਦਿੱਤਾ ਜਾਏਗਾ, ਇੱਥੇ ਸਮਾਂ ਨਹੀਂ ਦਿੱਤਾ ਜਾਏਗਾ। ਚੰਗੀ ਗੱਲ ਆ, ਕਿਉਂਕਿ ਇੱਥੇ ਰਾਜਨੀਤਿਕ ਪਾਰਟੀਆਂ ਨੇ ਇੱਕ ਦੂਜੇ ਦੇ ਉੱਤੇ ਜਿਹੜਾ ਦੂਸ਼ਣਬਾਜ਼ੀ ਚਿੱਕੜ ਆ ਉਹ ਉਛਾਲਣਾ ਸੀ। ਪਰ ਦੂਸਰੇ ਪਾਸੇ ਇਹ ਵੀ ਵਿਚਾਰ ਸਾਡੇ ਸਾਹਮਣੇ ਆ ਕਿ ਹੁਣ ਦੇਖਣ ਵਿੱਚ ਇਹ ਆਇਆ ਕਿ ਗਾਜ਼ੀਪੁਰ ਬਾਰਡਰ ਦੇ ਉੱਤੇ ਉੱਥੇ ਮੋਰਚੇ ਦੇ ਵਿੱਚ ਰਾਜਨੀਤਿਕ ਜਿਹੜੇ ਲੋਕ ਆ ਉਹ ਰਾਕੇਸ਼ ਟਕੈਤ ਨੂੰ ਜਾ ਕੇ ਉੱਥੇ ਮਿਲ ਵੀ ਰਹੇ ਨੇ, ਉਹਦੇ ਨਾਲ ਗੱਲਬਾਤ ਵੀ ਕਰ ਰਹੇ ਨੇ। ਸੋ ਹੁਣ ਜਿਹੜੇ ਹਾਲਾਤ ਬਣੇ ਪਏ ਨੇ ਕਿ ਮੋਰਚੇ ਦੇ ਵਿੱਚ ਜਿਵੇਂ 26 ਜਨਵਰੀ ਤੋਂ ਬਾਅਦ ਜਿਵੇਂ ਖੜੋਤ ਜੀ ਆਈ ਨਜ਼ਰ ਆਉਂਦੀ ਆ ਸਾਰਿਆਂ ਨੂੰ, ਭਾਵੇਂ ਕਿ ਬਹੁਤ ਸਾਰੇ ਪ੍ਰੋਗਰਾਮ ਦਿੱਤੇ ਗਏ ਆ, ਮਹਾਂ ਪੰਚਾਇਤਾਂ ਹੋ ਰਹੀਆਂ ਜਾਂ ਰੇਲਾਂ ਰੋਕਣ ਦਾ ਆ ਜਾਂ ਕੋਈ ਹੋਰ ਮਾਰਚ ਕੱਢਣ ਦਾ, ਇਹ ਇਸ ਤਰ੍ਹਾਂ ਦੇ ਪ੍ਰੋਗਰਾਮ ਦਿੱਤੇ ਗਏ ਨੇ। ਪਰ ਇਹ ਸਾਡੇ ਜਿਹੜੇ ਕਿਸਾਨ ਮੋਰਚੇ ਆ ਇਹਨਾਂ ਨੂੰ ਇਹ ਵੀ ਜ਼ਰੂਰੀ ਚਾਹੀਦਾ ਕਿ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ, ਆਗੂ ਨੇ, ਉਹਨਾਂ ਦੀ ਹਮਾਇਤ ਲੈਣੀ ਬਣਦੀ ਆ ਤੇ ਇਹੋ ਸਮਾਂ ਆ ਉਹਨਾਂ ਦੀ ਪਰਖ ਵੀ ਕੀਤੀ ਜਾਵੇ ਕਿ ਕੇਵਲ ਇਹ ਭਾਸ਼ਣਬਾਜ਼ੀ ਜਾਂ ਗੱਲਾਂ ਬਾਤਾਂ ਤੱਕ ਹੀ ਤੇ ਕਿਤੇ ਸੀਮਤ ਨਹੀਂ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਆ। ਤਾਂ ਉਹਦੇ ਵਾਸਤੇ ਇੱਕ ਤਰੀਕਾ ਵਰਤਿਆ ਜਾ ਸਕਦਾ, ਕਿਉਂਕਿ ਜਿੰਨੇ ਵੀ ਰਾਜਨੀਤਿਕ ਲੋਕ ਨੇ ਆਖਰਕਾਰ ਬਣਦੇ ਸਾਡੀਆਂ ਵੋਟਾਂ ਨਾਲ ਹੀ ਆ। ਜਾਂ ਮੈਂ ਇਵੇਂ ਕਹਿ ਲਵਾਂ ਕਿ ਜਿੰਨੇ ਵੀ ਬਾਰਡਰਾਂ ਦੇ ਉੱਤੇ ਲੋਕ ਕਿਸਾਨ ਆਣ ਕੇ ਬੈਠੇ ਹੋਏ ਨੇ ਉਹ ਕਿਸੇ ਨਾ ਕਿਸੇ ਰਾਜਨੀਤਿਕ ਧੜੇ ਨਾਲ, ਪਾਰਟੀ ਨਾਲ ਜੁੜੇ ਹੋਏ ਨੇ। ਉਹਨਾਂ ਨੂੰ ਚਾਹੇ ਉਹ ਵੋਟ ਪਾਉਂਦੇ ਨੇ, ਚਾਹੇ ਉਹਨਾਂ ਦੀ ਕੋਈ ਸਪੋਰਟ ਕਰਦੇ ਨੇ, ਕੋਈ ਪ੍ਰਚਾਰ ਕਰਦੇ ਨੇ, ਕੋਈ ਹਮਾਇਤ ਕਰਦੇ ਨੇ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਰਾਜਨੀਤਿਕ ਪਾਰਟੀ ਨਾਲ ਹਰੇਕ ਸ਼ਖਸ ਜਿਹੜਾ ਉਹ ਜੁੜਿਆ ਹੋਇਆ। ਤੇ ਜੇ ਅਸੀਂ ਉਹਨਾਂ ਪਾਰਟੀਆਂ ਦੇ ਨਾਲ ਜੁੜੇ ਹੋਏ ਆ, ਉਹ ਸਾਡੀਆਂ ਵੋਟਾਂ ਦੇ ਨਾਲ ਹੋਂਦ ਵਿੱਚ ਆਉਂਦੇ ਨੇ, ਤੇ ਫਿਰ ਅਸੀਂ ਉਹਨਾਂ ਨੂੰ ਕਿਉਂ ਛੱਡ ਦਈਏ। ਤੇ ਜੇ ਇਹਨਾਂ ਰਾਜਨੀਤਿਕ ਪਾਰਟੀਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਜਿਵੇਂ ਰਾਜ ਸਭਾ ਦੇ ਵਿੱਚ ਤੇ ਲੋਕ ਸਭਾ ਦੇ ਵਿੱਚ ਉਹਨਾਂ ਨੇ ਕਿਸਾਨੀ ਦੇ ਮੁੱਦੇ ਜਿਹੜੇ ਉਠਾਏ ਨੇ, ਜਾਂ ਕੁਝ ਪਾਰਲੀਮੈਂਟ ਮੈਂਬਰ ਸਿਆਲ ਦੇ ਵਿੱਚ ਹੁਣ ਥੋੜੇ ਦਿਨ ਪਹਿਲਾਂ ਉਹਨਾਂ ਨੇ ਉਹ ਆਪਣਾ ਧਰਨਾ ਖਤਮ ਕੀਤਾ ਆ, ਉਹ ਵੀ ਐਮਪੀ ਜਿਹੜੇ ਆ ਉਹ ਸੜਕ ਦੇ ਉੱਤੇ ਠੰਡ ਦੇ ਵਿੱਚ ਬੈਠੇ ਰਹੇ ਨੇ। ਭਾਵੇਂ ਕਿ ਲੋਕਾਂ ਨੇ ਕਿਹਾ ਜੀ ਇਹ ਪਖੰਡ ਕਰਦੇ ਆ, ਪਰ ਫਿਰ ਵੀ ਕਿਤੇ ਨਾ ਕਿਤੇ ਉਹ ਕਿਸਾਨੀ ਮੁੱਦੇ ਨੂੰ ਲੈ ਕੇ ਹੀ ਉੱਥੇ ਬੈਠੇ ਹੋਏ ਸਨ। ਬੇਸ਼ੱਕ ਉਹਨਾਂ ਦੇ ਰਾਜਨੀਤਿਕ ਹਿੱਤ ਵੀ ਹੋ ਸਕਦੇ ਨੇ, ਕਿਉਂਕਿ ਜਿਹੜਾ ਰਾਜਨੀਤਿਕ ਬੰਦਾ ਆ ਨਾ, ਇਹ ਅਸਲ 'ਚ ਰਾਜਨੀਤਿਕ ਜਦੋਂ ਉਹਦੇ ਮੁਕਾਬਲੇ ਤੇ ਕੋਈ ਹੋਰ ਮੁਕਾਬਲੇ ਦੇ ਵਿੱਚ ਖੜਾ ਹੁੰਦਾ ਤਾਂ ਉਦੋਂ ਉਹ ਖਤਰੇ ਨੂੰ ਭਾਂਪਦਾ ਆ, ਉਦੋਂ ਦੇਖਦਾ ਆ ਕਿ ਹੁਣ ਸ਼ਾਇਦ ਮੇਰੀ ਕੁਰਸੀ ਨੂੰ ਖਤਰਾ। ਇਸੇ ਤਰ੍ਹਾਂ ਜਿਵੇਂ ਮੋਦੀ ਸਰਕਾਰ ਆ ਤੇ ਇਹਦੇ ਸਾਹਮਣੇ ਬਾਕੀ ਜਿੰਨੀਆਂ ਵਿਰੋਧੀ ਪਾਰਟੀਆਂ, ਜਾਂ ਕਹਿ ਲਈਏ ਕਿ ਕਿਸਾਨ ਦੀਆਂ ਹਮਾਇਤੀ ਜਿਹੜੀਆਂ ਪਾਰਟੀਆਂ ਆਪਣੇ ਆਪ ਨੂੰ ਕਹਿ ਰਹੀਆਂ ਨੇ, ਜੇ ਉਹ ਸਾਰੀਆਂ ਇੱਕ ਥਾਂ ਲਿਆਣ ਕੇ ਪਲੇਟਫਾਰਮ ਤੇ ਖੜੀਆਂ ਕੀਤੀਆਂ ਜਾਣ ਤਾਂ ਇਹ ਜਿਹੜੀ ਮੋਦੀ ਸਰਕਾਰ ਆ ਉਹਦੇ ਤੋਂ ਇਹ ਘਬਰਾ ਸਕਦੀ ਆ। ਤੇ ਉਹਦੇ ਵਾਸਤੇ ਮੇਰਾ ਸੁਝਾਅ ਹੈ ਕਿ ਤਰੀਕਾ ਇਸ ਤਰ੍ਹਾਂ ਵਰਤਣਾ ਚਾਹੀਦਾ ਕਿ ਆਪਾਂ ਉਹਨਾਂ ਨੂੰ ਸਟੇਜਾਂ ਉੱਤੇ ਮੌਕਾ ਨਹੀਂ ਦੇ ਰਹੇ। ਜੇ ਕਿਸੇ ਨੇ ਨੇੜੇ ਆਉਣ ਦੀ ਕੋਸ਼ਿਸ਼ ਵੀ ਕੀਤੀ ਆ ਤੇ ਆਮ ਲੋਕਾਂ ਨੇ ਉਹਨਾਂ ਨੂੰ ਗਾਲ ਮੰਦਾ, ਧੱਕਾ ਮੁੱਕੀ ਵੀ ਕੀਤਾ, ਉਹਨਾਂ ਰਾਜਨੀਤਿਕ ਲੋਕਾਂ ਨੂੰ, ਆਗੂਆਂ ਨੂੰ ਇੱਥੇ ਆਉਣ ਨਹੀਂ ਦਿੱਤਾ ਗਿਆ। ਤੇ ਉਹਦੇ ਵਾਸਤੇ ਤਰੀਕਾ ਇੱਕ ਇਸ ਤਰ੍ਹਾਂ ਦਾ ਕੀਤਾ ਜਾ ਸਕਦਾ, ਹੋਰ ਵੀ ਤਰੀਕੇ ਹੋ ਸਕਦੇ ਨੇ ਕਿ ਇਹ ਕਿਸਾਨ ਮੋਰਚੇ ਵਾਲੇ ਆਗੂ ਇੱਕ ਦਿਨ ਜਿਹੜਾ ਉਹ ਨਿਸ਼ਚਿਤ ਕਰ ਦੇਣ ਕਿ ਜਿਵੇਂ ਦਿੱਲੀ ਦੇ ਵਿੱਚ ਸਾਰੇ ਭਾਰਤ ਨੂੰ ਤੇ ਨਹੀਂ, ਜੇ ਨੇੜਲੇ ਇੱਥੇ ਜਿਹੜੇ ਰਾਜ ਆ, ਚਾਹੇ ਉਹ ਦਿੱਲੀ ਆ, ਹਰਿਆਣਾ ਆ, ਪੰਜਾਬ ਆ, ਰਾਜਸਥਾਨ ਆ, ਯੂਪੀ ਆ, ਇੱਥੋਂ ਦੇ ਜਿੰਨੇ MLA ਆ, MP ਆ, ਜਾਂ ਰਾਜਨੀਤਿਕ ਪਾਰਟੀਆਂ ਦੇ ਜਿੰਨੇ ਵੀ ਮੁਖੀ ਆ, ਉਹਨਾਂ ਨੂੰ ਇੱਕ ਸੁਨੇਹਾ ਦੇਣ ਕਿ ਇੰਨੀ ਤਰੀਕ ਨੂੰ ਤੇ ਦਿੱਲੀ ਦਾ ਕੋਈ ਇੱਕ ਜਗ੍ਹਾ ਨਿਸ਼ਚਿਤ ਕੀਤੀ ਜਾ ਸਕਦੀ ਆ, ਚਾਹੇ ਉਹ ਇੰਡੀਆ ਗੇਟ ਹੋਵੇ ਜਾਂ ਪਾਰਲੀਮੈਂਟ ਦੇ ਸਾਹਮਣੇ ਹੋਵੇ, ਜਾਂ ਕੋਈ ਵੀ ਥਾਂ ਜਿਹੜੀ ਨਿਸ਼ਚਿਤ ਕੀਤੀ ਜਾਵੇ ਕਿ ਇੰਨੀ ਤਰੀਕ ਨੂੰ ਇੱਥੇ ਇਹ ਕੇਵਲ ਜਿਹੜੇ ਰਾਜ ਸਭਾ ਮੈਂਬਰ ਨੇ, ਲੋਕ ਸਭਾ ਮੈਂਬਰ ਨੇ ਜਾਂ MLA ਨੇ, ਉਹ ਸਾਰੇ ਇੱਕ ਵੱਡਾ ਵਿਸ਼ਾਲ ਰੋਸ ਮਾਰਚ ਕੱਢਣਗੇ ਕਿਸਾਨਾਂ ਦੇ ਹੱਕ ਵਿੱਚ। ਤੇ ਮੈਨੂੰ ਲੱਗਦਾ ਕਿ ਜਿਹੜੇ ਗੱਲੀ ਬਾਤੀ ਕਹਿੰਦੇ ਅਸੀਂ ਕਿਸਾਨਾਂ ਦੇ ਹਮਾਇਤੀਆਂ ਪਾਰਟੀਆਂ ਜਾਂ ਆਗੂ, ਉਹਨਾਂ ਦੀ ਵੀ ਪਰਖ ਹੋ ਜਾਵੇਗੀ
ਕਿ ਉਸ ਦਿਨ ਉੱਥੇ ਕੌਣ ਆਉਂਦਾ, ਕਿਸਾਨਾਂ ਦੇ ਨਾਲ ਕਿਹੜਾ ਖੜਦਾ, ਕਿਸਾਨਾਂ ਦੀ ਕਿਹੜੀ ਗੱਲ ਕਰਦਾ। ਤੇ ਇਹ ਇੱਕ ਉਹਨਾਂ ਦੀ ਮਜਬੂਰੀ ਵੀ ਬਣ ਜਾਵੇਗੀ ਕਿ ਹਰੇਕ ਪਾਰਟੀ ਨੂੰ ਉੱਥੇ ਉਸ ਮਾਰਚ ਦੇ ਵਿੱਚ ਸ਼ਾਮਲ ਹੋਣਾ ਪਵੇਗਾ। ਤੇ ਇਸ ਦਾ ਇੱਕ ਪੱਖ ਇਹ ਵੀ ਜਾਵੇਗਾ ਕਿ ਜਦੋਂ ਇਸ ਤਰ੍ਹਾਂ ਦੇ ਅਹੁਦੇਦਾਰ, ਚਾਹੇ MP ਆ, ਰਾਜ ਸਭਾ ਮੈਂਬਰ ਆ, MLA ਨੇ, ਉਹ ਜਦੋਂ ਇਸ ਤਰ੍ਹਾਂ ਦਾ ਮਾਰਚ ਆਯੋਜਿਤ ਕਰਨਗੇ ਤਾਂ ਜਿੰਨਾ ਮੀਡੀਆ ਆ ਉਹ ਸਾਰਿਆਂ ਨੂੰ ਉਹਨਾਂ ਨੂੰ ਉੱਥੇ ਕਵਰ ਵੀ ਕਰੇਗਾ। ਤੇ ਇਹ ਸਾਰੇ ਇਕੱਠ ਦਾ, ਇੱਕ ਮੁੱਠਤਾ ਦਾ, ਇੱਕ ਜੁਟਤਾ ਦਾ ਪ੍ਰਭਾਵ ਜਿਹੜਾ ਆ ਰਾਜਨੀਤਿਕ ਤੌਰ ਤੇ ਮੋਦੀ ਸਰਕਾਰ ਦੇ ਉੱਤੇ ਵੀ ਇਹ ਜਿਹੜਾ ਦਬਾਅ ਬਣੇਗਾ। ਸੋ ਇਸ ਤਰ੍ਹਾਂ ਇੱਥੇ ਵੀ ਕੀਤਾ ਜਾ ਸਕਦਾ। ਇਸ ਤੋਂ ਬਾਅਦ ਬਾਕੀ ਜਿਹੜੇ ਦੂਜੇ ਰਾਜ ਆ ਉਹਨਾਂ ਨੂੰ ਵੀ ਕਿਹਾ ਜਾ ਸਕਦਾ ਕਿ ਉਸੇ ਤਰ੍ਹਾਂ ਹੀ 2-2 3-3 ਜਿਹੜੇ ਰਾਜ ਰਲ ਕੇ, ਤੇ ਜਿਵੇਂ ਮਹਾਰਾਸ਼ਟਰ ਦੇ ਵਿੱਚ ਇਕੱਠ ਕੀਤਾ ਜਾ ਸਕਦਾ, ਕੋਈ ਬੰਗਾਲ ਦੇ ਵਿੱਚ ਕੀਤਾ ਜਾ ਸਕਦਾ, ਜਾਂ ਜਿਹੜੇ ਕੇਰਲਾ ਸਾਈਡ ਆ ਉੱਥੇ ਇਸ ਤਰ੍ਹਾਂ ਦੇ ਅਲੱਗ-ਅਲੱਗ ਲਾਮਬੰਦੀ ਕੀਤੀ ਜਾਵੇ। ਤੇ ਨਾਲੇ ਇਹਦੇ ਨਾਲ ਇੱਕ ਤਾਂ ਉਹਨਾਂ ਰਾਜਨੀਤਿਕ ਪਾਰਟੀਆਂ ਦੀ ਆਗੂਆਂ ਦੀ ਪਰਖ ਹੋ ਜਾਵੇਗੀ ਕਿ ਕੀ ਇਹ ਨਾਲ ਹਨ ਜਾਂ ਨਹੀਂ। ਤਾਂ ਹੁਣ ਦੂਸਰੇ ਪਾਸੇ ਅਸੀਂ ਇਹ ਵੀ ਦੇਖ ਲਈਏ ਕਿ ਕਈ ਵਾਰ ਇਹ ਲੋਕ ਸੋਚਦੇ ਨੇ ਕਿ ਸ਼ਾਇਦ ਜਿਹੜੇ ਇੱਥੇ ਬੈਠੇ ਕਿਸਾਨ ਨੇ ਇਹਨਾਂ ਨੇ ਕੋਈ ਨਵੀਂ ਪਾਰਟੀ ਖੜੀ ਕਰ ਲੈਣੀ ਆ। ਜੇ ਮੈਂ ਬਾਕੀ ਰਾਜਾਂ ਨੂੰ ਛੱਡ ਕੇ ਪੰਜਾਬ ਦੀ ਗੱਲ ਕਰਾਂ ਤਾਂ ਇੱਥੇ ਕੋਈ ਨਵੀਂ ਪਾਰਟੀ ਖੜੀ ਕਰਨ ਵਾਸਤੇ ਇਹ ਲੋਕ ਨਹੀਂ ਬੈਠੇ ਹੋਏ। ਜਿੰਨੇ ਵੀ ਇੱਥੇ ਕਿਸਾਨ ਬੈਠੇ ਨੇ ਉਹ ਕਿਸੇ ਨਾ ਕਿਸੇ ਰਾਜਨੀਤਿਕ ਧੜੇ ਦੇ ਨਾਲ, ਪਾਰਟੀ ਦੇ ਨਾਲ ਜੁੜੇ ਹੋਏ ਨੇ। ਜਦੋਂ ਹੀ ਇਹ ਮੋਰਚਾ ਖਤਮ ਹੋਏਗਾ ਉਹ ਵਾਪਸ ਜਾਣਗੇ ਤਾਂ ਫਿਰ ਜਿਹੜੀਆਂ ਪਹਿਲੀਆਂ ਉਹਨਾਂ ਦੀਆਂ ਪਾਰਟੀਆਂ ਉਹਨਾਂ ਦੇ ਵਿੱਚ ਜਾ ਕੇ ਉਹ ਸ਼ਾਮਲ ਹੋ ਜਾਣਗੇ। ਸੋ ਇਸ ਕਰਕੇ ਅਸੀਂ ਬਾਕੀ ਗੱਲਾਂ ਨੂੰ ਪਾਸੇ ਕਰਕੇ ਇਹ ਜਿਹੜਾ ਤਰੀਕਾ, ਇੱਕ ਇਹ ਵੀ ਕਿਸਾਨ ਆਗੂਆਂ ਨੂੰ ਜ਼ਰੂਰ ਅਜਮਾਉਣਾ ਚਾਹੀਦਾ। ਇਹਦੇ ਨਾਲ ਹਮਾਇਤ ਵੀ ਜੁਟੇਗੀ ਤੇ ਸੱਚ ਦੇ ਝੂਠ ਦਾ ਇਹ ਵੀ ਪਤਾ ਲੱਗ ਜਾਏਗਾ, ਪਰਖ ਹੋ ਜਾਵੇਗੀ ਰਾਜਨੀਤਿਕ ਆਗੂਆਂ ਦੀ, ਪਾਰਟੀਆਂ ਦੀ, ਕਿ ਉਹ ਤੁਹਾਡੇ ਨਾਲ ਕਿੰਨੇ ਕੁ ਖਲੋਤੇ ਨੇ, ਤੁਹਾਡੇ ਕਿੰਨੇ ਕੁ ਹਮਾਇਤੀ ਨੇ। ਸੋ ਇਸ ਤਰੀਕੇ ਦੇ ਨਾਲ ਇਹ ਜਿਹੜਾ ਆ ਕਿਸਾਨੀ ਮੋਰਚੇ ਨੂੰ ਹੋਰ ਵੀ ਬਲ ਦਿੱਤਾ ਜਾ ਸਕਦਾ। ਹੋਰ ਵੀ ਕਈ ਤਰੀਕੇ ਹੋ ਸਕਦੇ ਨੇ। ਤਾਂ ਇਹ ਜਿਹੜਾ ਇੱਕ ਤਰੀਕਾ ਅੱਜ ਮੈਂ ਉਹ ਤੁਹਾਡੇ ਨਾਲ ਸਾਂਝਾ ਕੀਤਾ ਤੇ ਆਸ ਕਰਦਾ ਜਿਹੜੇ ਵੀਰ ਹੋਰ ਵੀ ਮੋਰਚੇ ਦੀ ਚੜ੍ਹਦੀ ਕਲਾ ਲਈ ਸੋਚ ਰਹੇ ਨੇ ਉਹ ਇਸ ਤਰ੍ਹਾਂ ਦੇ ਜਿਹੜੇ ਸੁਝਾਅ ਆ ਉਹ ਆਗੂਆਂ ਤੱਕ ਜ਼ਰੂਰ ਪਹੁੰਚਾਉਣਗੇ, ਕਿਉਂਕਿ ਇਹ ਇੱਕ ਸਾਧਨ ਹੋ ਸਕਦਾ ਸਾਡਾ ਬੋਲ ਕੇ, ਵੀਡੀਓ ਬਣਾ ਕੇ ਜਾਂ ਲਿਖਤੀ ਤੌਰ ਤੇ, ਕਿਉਂਕਿ ਸਾਰੇ ਰਾਜਨੀਤਿਕ ਆਗੂਆਂ ਦੇ ਤੇ ਜਿਹੜੇ ਕਿਸਾਨ ਆਗੂ ਆ ਉਹਨਾਂ ਦੇ ਆਪਸ 'ਚ ਗੱਲਬਾਤ ਬਹੁਤ ਘੱਟ ਹੁੰਦੀ ਆ, ਜਾਂ ਸਾਡੇ ਵਰਗੇ ਆਮ ਲੋਕ ਜਿਹੜੇ ਆ ਉਹ ਵੀ ਆਗੂਆਂ ਦੇ ਨਾਲ ਗੱਲਬਾਤ ਨਹੀਂ ਉਹਨਾਂ ਦੀ ਹੋ ਪਾਉਂਦੀ, ਕਿਉਂਕਿ ਉਹ ਵੀ ਬਿਜ਼ੀ ਹੁੰਦੇ ਨੇ ਤੇ ਟਾਈਮ ਸਾਰਿਆਂ ਨੂੰ ਦੇਣਾ ਔਖਾ ਹੁੰਦਾ। ਸੋ ਇਹਨਾਂ ਤਰੀਕਿਆਂ, ਇਹਨਾਂ ਸਾਧਨਾਂ ਦੇ ਨਾਲ ਵੀ ਅਸੀਂ ਆਪਣੇ ਜਿਹੜੇ ਸੁਝਾਅ ਆ ਉਹਨਾਂ ਤੱਕ ਪਹੁੰਚਾ ਸਕਦੇ ਆ, ਜਿਹਦੇ ਨਾਲ ਜਿਹੜਾ ਮੋਰਚਾ ਉਹ ਚੜ੍ਹਦੀ ਕਲਾ ਦੇ ਵਿੱਚ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।